ਜੱਟੀਆਂ ਫਿਰਦੀਆਂ ਨੇ। ਮੇਰੀ ਅੱਜ ਤਾਈਂ ਔਨ ਦਾ ਰਿਕਾਰਡ ਮੈਂ ਇਹ ਗੱਲ ਹਲਫਨ ਆਖਦਾ ਪਿਆ ਕਿ ਮੇਰੀ ਕਿਸੇ ਮੈਂ ਨੇ ਆਵਾਜ਼ ਨਹੀਂ ਕੱਢਾ। ਅੱਛਾ, ਮੇਰੀ ਕਿਸੇ ਮੈਂ ਨੇ ਥਣ ਨਹੀਂ ਮਾਰਿਆ, ਮਾਸ਼ਾਅੱਲਾ, ਕਿਸੇ ਮੈਂ ਨੇ ਜਿਹੜਾ ਨਾ ਜੀ ਸਾੜੂ ਨਹੀਂ ਮਾਰਿਆ। ਤੇ ਮੈਂ ਮਈਆਂ ਨੂੰ ਸਵਾਏ ਆ ਸਿਰ ਦੋ ਸਿਰ ਕੌੜੇ ਤੇਲ ਤੋਂ ਇਲਾਵਾ ਮੈਂ ਹੋਰ ਕੋਈ ਚੀਜ਼ ਨਹੀਂ ਪਾਉਂਦਾ, ਕੋਈ ਮਸਾਲੇ नहीं पाता, कोई होर नहीं करता, कोई होर नहीं करता, सिर्फ। बिस्मिल्लाहिर्रहमानिर्रहीम, अस्सलाम वालेकुम जी। आप देख रहे हैं TS नॉलेज टीवी यूट्यूब चैनल। मैं हूं आपका उस्ताद तारिक सुल्तान। दोस्तों, इस वक्त हम लोग मौजूद हैं जी मियाँ राशिद बोदला साहब। मियाँ राशिद साहब जो हैं ये पाकिस्तान में नीली भैंसों के बड़े अच्छे पुराने शौकीन हैं और ब्रीडर हैं, तो काफ़ी इनकी खिदमात हैं जी बफलो फार्मिंग में। तो आज हम मौजूद हैं जी मियाँ साहब के फार्म पे, तो आपकी मुलाकात करवाते हैं मियाँ राशिद बोदला साहब से। जी अस्सलाम वालेकुम सर। जी वालेकुम सलाम। मियाँ साहब की हाल है सर? बिल्कुल ठीक है भाई, मियाँ साहब बहुत शुक्रिया तुसी टाइम दिता माशाअल्लाह। मेहरबानी जनाब। ते काफ़ी दोस्त जिहड़े ने तुहानू माशाअल्लाह पहले भी साडे चैनल ते साडे नाल उनदा तारफ है जी जी जी। ते एक पार्ट असी वीडियो तो पहले कर लिया जी, हुण असी जनरल क्वेश्चन जिहड़े ना ओह करांगे। सही। ते उम्मीद है कि साडे दोस्त जिहड़े ने जिहड़ा इस वीडियो नू वेखेगा उसनू फायदा होएगा। सर थोड़ा जिहा ना अपना तुसी ना दस दिओ बैकग्राउंड कि तुहानू तकरीबन कितना अरसा हो गया है फार्मिंग दे विच? मैं जी, मेरा नाम राशिद महमूद बोदला, मेरे वालिद साहब का नाम है मोहम्मद खालिद बोदला, उन्होंने वालिद साहब का नाम है मोहम्मद सरवर बोदला। जी जी। ਅਸੀਂ ਪਾਕਿਸਤਾਨ 47 ਤੋਂ ਪਹਿਲੇ ਇੰਡੀਆ ਇਸ ਦਰਿਆ ਦੇ ਪਹਿਲੀ ਸਾਈਡ ਤੇ ਹੈਡ ਸਲੇਮਾਨ ਦੇ ਨਾਲ ਸਾਡਾ ਪਿੰਡ ਸੀ ਬੈਕ ਬੋਦਲਾ ਜੀ ਜੀ। ਤਹਿਸੀਲ ਫਾਜ਼ਿਲਕਾ, ਹੁਣ ਜ਼ਿਲ੍ਹਾ ਫਾਜ਼ਿਲਕਾ ਬਣ ਗਿਆ ਜੀ ਜੀ। ਉੱਥੋਂ ਦੇ ਅਸੀਂ ਰਹਿਣ ਵਾਲੇ ਸਾਂ ਤੇ 47 ਜਿੱਦੇ ਆਏ। ਅੱਛਾ। ਅਸੀਂ ਆਦੀਆਂ ਮੱਝਾਂ ਕੋ ਨਾਲ ਲੈ ਕੇ ਆਏ, ਕੋਈ ਇੱਥੋਂ ਮੱਝਾਂ ਨੀਲੀ ਦੀਆਂ ਸਨ, ਉਹ ਵੀ ਨੀਲੀ ਦਾ ਇਲਾਕਾ ਸੀ ਬਿਲਕੁਲ, ਕਿਉਂਕਿ ਹੈਡ ਸਲੇਮਾਨ ਦੇ ਨਾਲ 10-12 ਕਿਲੋਮੀਟਰ ਤੱਕ ਸਾਰਾ ਹੋ ਜਾਣਾ ਜੀ, ਉਹ ਫਰਕ ਸੀ। ਅੱਛਾ। ਅਸੀਂ ਉੱਥੋਂ ਮੱਝਾਂ ਲੈ ਕੇ ਆਏ, ਸਾਡੇ ਬਜ਼ੁਰਗਾਂ ਨੂੰ ਬੜਾ ਮੱਝਾਂ ਦਾ ਸ਼ੌਕ ਆ। ਇੱਥੇ ਆ ਕੇ ਮੱਝਾਂ ਨੂੰ ਫਿਰ ਡਿਵੈਲਪ ਕੀਤਾ, ਮੱਝਾਂ ਹੋਰ ਅੱਛੀਆਂ ਜਿਹੜੀਆਂ ਇਸ ਇਲਾਕੇ ਦੀਆਂ ਸਨ ਨੀਲੀ ਦੀਆਂ, ਅਸੀਂ ਉਹਨਾਂ ਨੂੰ ਮਤਲਬ ਨਾਲ ਵਧਾਇਆ, ਨਸਲ ਜੱਟੇ ਚ ਜੋਟੇ ਕ੍ਰਾਸ ਕੀਤੇ, ਅੱਛੀ ਬਰੀਡ ਬਣਾਈ। ਜੀ ਜੀ। ਮੈਂ 95-96 ਤੋਂ ਨਾ ਜੀ ਆਰੇ ਵਾਲਿਦ ਸਾਹਿਬ ਤੋਂ ਬਾਅਦ ਉਹਨਾਂ ਨੇ ਸ਼ੌਕ ਕੀਤਾ ਆਣਾ, ਉਹਨਾਂ ਤੋਂ ਬਾਅਦ ਫਿਰ ਮੱਝਾਂ ਦਾ ਸ਼ੌਕ ਮੈਂ ਸ਼ੁਰੂ ਕਰਤਾ। ਜੀ ਜੀ। 95-96 ਚ ਮੱਝਾਂ ਨੂੰ ਮੈਂ ਨਾ ਪ੍ਰੈਕਟੀਕਲ ਇਸ ਸ਼ੌਕ ਵਿੱਚ ਆ ਗਿਆ। ਜੀ ਜੀ। ਅਸੀਂ 98-99 ਚ ਨਾ ਜੀ ਹਾਜੀ ਸਈਦ ਹੁਸੈਨਾ ਸਾਹਿਬ, ਹਾਜੀ ਗੁਲਾਮ ਸੁਲ ਬੋਦਲਾ ਸਾਹਿਬ, ਪੀਰ ਇਸਰਾਰ ਸ਼ਾਹ ਸਾਹਿਬ, ਜੀ ਜੀ, ਆਪਣਾ ਅਹਿਮਦ ਬਰਾਲ ਸਾਹਿਬ ਜਿਹੜਾ ਨਾ ਜੀ ਆਪਣਾ ਮੰਡੀ ਬਾਉਦੀਨ ਦੇ ਸਨ, ਜੀ ਜੀ, ਉਹ ਅਸੀਂ ਇੱਥੇ ਇੱਕ ਮੇਲਾ ਮੁਨਕਦ ਕੀਤਾ 1999 ਵਿੱਚ। ਅੱਛਾ। ਜਿਹਦੇ 'ਚ ਹਾਜੀ ਸਾਹਿਬ ਦੀਆਂ ਮੱਝਾਂ ਵੀ ਆਈਆਂ, ਆਪਣਾ ਸਾਡੀਆਂ ਮੱਝਾਂ ਵੀ ਆਈਆਂ ਸਨ, ਰਮਦੇ ਸਾਹਿਬ ਸਨ, ਤਾਰਕ ਵਹੀਦ ਰਮਦੇ ਸਾਹਿਬ, ਉਹਨਾਂ ਦੀ ਮੱਝਾਂ ਵੀ ਆਈਆਂ, ਹੋਰ ਇਲਾਕੇ ਦੇ ਬੇਸ਼ੁਮਾਰ ਮੱਝਾਂ ਆਈਆਂ। ਜੀ ਜੀ। ਅਸੀਂ ਉਸ ਮਤਲਬ ਉਹਨਾਂ ਨੀਲੀ ਦੇ ਸ਼ੌਕ, ਉਸ ਤਾਂ ਬਹੁਤ ਘੱਟ ਲੋਕਾਂ ਨੂੰ ਸ਼ੌਕ ਸੀ, ਤੇ ਅਸੀਂ ਉਸਲ ਦਾ ਸ਼ੌਕ ਕਰਦੇ ਪਏ ਤੇ ਆਦੇ ਇਸ ਮੱਝ ਦੇ ਵਾਸਤੇ ਕੰਮ ਕਰਦੇ ਪਏ। ਜ਼ਬਰਦਸਤ। ਮੈਂ ਸਭ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿੰਨਾ ਦੁੱਧ ਚੋਇਆ ਮੱਝ ਕੋਲ? ਮੈਂ ਜ਼ਿਆਦਾ ਆਦੇ ਆਪ ਚੋਇਆ ਮਤਲਬ 24 ਲੀਟਰ। ਅੱਛਾ, 24 ਲੀਟਰ ਜੀ। ਜ਼ਬਰਦਸਤ ਹੋ ਗਿਆ। ਤੇ ਜਿਹੜੀ ਇਹ ਮੱਝ ਆਦੀ ਪਈ ਨਾ ਮੇਰੀ, ਇਹ ਮੱਝ, ਅੱਛਾ, ਇਹ ਨੁਕਰੀ ਮੱਝ ਹੈ। ਅੱਛਾ। ਇਹਦੀ ਮਾਂ ਜਿਹੜੀ ਨਾ ਜੀ ਹਾਜੀ ਸਈਦ ਸਾਹਿਬ ਨੇ ਤੇ ਪੀਰ ਇਸਰਾਰ ਸ਼ਾਹ ਸਾਹਿਬ ਅਜੇ ਤੱਕ ਜ਼ਿੰਦਾ ਨੇ, ਅੱਲਾਹ ਤਾਲਾ ਨਾਮ ਜਿਹੜਾ ਨੇ ਲੰਬੀ ਉਮਰ ਦੇਵੇ, ਉਹਨਾਂ ਮਾਂ ਦੇ ਹੱਥਾਂ ਨਾਲ ਚੋਈ ਹੈ। ਅੱਛਾ। ਇਹਦੇ ਵਿੱਚ ਅੱਛਾ 24 ਲੀਟਰ ਮੈਂ ਦੁੱਧ ਦਿੱਤਾ। ਅੱਛਾ। ਮੀਆਂ ਸਾਹਿਬ ਕੀ ਸਮਝਦੇ ਹੋ ਹੁਣ ਤੇ ਮੱਝਾਂ ਜਿਹੜੀਆਂ ਨੇ ਉਹ ਬੜਾ ਮਤਲਬ ਜਾਨਵਰ ਜਿਹੜੇ ਨੇ 34-35 ਕਿਲੋ, 30 ਕਿਲੋ, 32 ਕਿਲੋ ਜੀ, ਇਸ ਤੇ ਮੇਲਿਆਂ ਦੀ ਅਗਰ ਤੁਸੀਂ ਹਿਸਟਰੀ ਵੇਖੋ ਜੀ ਤਾਂ ਜਾਨਵਰਾਂ ਦਾ ਬੜਾ ਅੱਛਾ ਦੁੱਧ ਹੈ। ਹਾਂ। ਪਹਿਲਾਂ ਝੋਟੀਆਂ ਜਿਹੜਾ ਉਹਨਾਂ ਨੇ ਵੀ ਬੜਾ ਅੱਛਾ ਮਤਲਬ 28 ਲੀਟਰ ਤੱਕ ਰਿਕਾਰਡ ਪਾਕਿਸਤਾਨ ਦਾ। ਕੀ ਸਮਝਦੇ ਹੋ ਕਿ ਮੱਝ ਦੀ ਜਿਹੜੀ ਬਰੀਡ ਹੈ ਬਿਹਤਰੀ ਲੈ ਜਾ ਰਹੀ ਹੈ? ਪਾਕਿਸਤਾਨ ਦੀ ਬਫਲੋ ਜਿਹੜੀ ਹੈ ਤਰੱਕੀ ਕਰ ਰਹੀ ਹੈ? ਨਹੀਂ, ਪਾਕਿਸਤਾਨ ਦੀ ਜਿਹੜੀ ਬਫਲੋ ਹੈ ਨਾ ਜੀ, ਉਹ ਤਾਂ ਜਿਹੜੀ ਪਹਿਲੇ ਮੱਝਾਂ ਸਨ ਨਾ ਜੀ, ਉਹ ਬਹੁਤ ਅੱਛੀਆਂ ਮੱਝਾਂ ਸਨ, ਵੱਡੇ ਕਾਦਰੀਆਂ ਲੰਮੀਆਂ ਮੱਝਾਂ, ਬਹੁਤ ਅੱਛੀਆਂ ਮੱਝਾਂ ਸਨ। ਅੱਛਾ। ਹੁਣ ਆ ਕੇ ਨਾ ਇੱਥੇ ਬਫਲੋ ਤਰੱਕੀ ਮੇਰਾ ਖਿਆਲ ਨਹੀਂ ਕੀਤੀ, ਐਵੇਂ ਬਫਲੋ ਜਿਹੜਾ ਨਾ ਜੀ ਉਹ ਤਰੱਕੀ ਨਹੀਂ ਕੀਤੀ, ਸਾਇੰਸ ਨੇ ਤਰੱਕੀ ਕੀਤੀ ਹੈ। ਕਿਸ ਤਰ੍ਹਾਂ ਕਿ ਹੁਣ ਜਿਸ ਤਰ੍ਹਾਂ ਬੰਦਿਆਂ ਦੇ ਕੋਲ ਜਦੀਦ ਹਾਰਮੋਨਸ ਆ ਗਏ ਨੇ ਜਾਂ ਮਸਾਲੇ ਆ ਗਏ ਨੇ ਮੁਖਤਲਿਫ, ਉਹਨਾਂ ਨੇ ਤਰੱਕੀ ਕੀਤੀ। ਇਹ ਜਿਹੜਾ ਨਾ 24 ਲੀਟਰ ਤੋਂ ਮੇਰਾ ਜਿਹੜਾ ਖਿਆਲ ਹੈ ਨਾ ਜੀ, ਜਿਹੜਾ ਦੁੱਧ ਜ਼ਿਆਦਾ ਹੈ ਨਾ, ਉਹ ਸਾਰਾ ਆਰਟੀਫਿਸ਼ਲ ਦੁੱਧ ਹੈ। ਅੱਛਾ। ਅੱਜ ਤੋਂ ਪਹਿਲੇ ਤੁਸੀਂ 2000 ਤੋਂ ਲੰਮਾ ਨਾ ਜਾਓ, 2000 ਤੋਂ ਪਹਿਲੇ ਜਿਹੜੇ ਸਾਡੇ ਮੇਲੇ ਹੁੰਦੇ ਨੇ, 84 ਚ ਮੇਲਾ ਹੋਇਆ, 83 ਚ ਮੇਲੇ ਹੋਏ, ਹਾਰਸ ਐਂਡ ਕੈਟਲ ਸ਼ੋਅ ਲੱਗਦੇ ਹੁੰਦੇ ਸਨ। ਅੱਛਾ। ਆਖਰੀ ਹਾਰਸ ਐਂਡ ਕੈਟਲ ਸ਼ੋਅ 2001 ਚ ਲੱਗਿਆ ਹੈ, ਪਰਵੇਜ਼ ਇਲਾਹੀ ਦੇ ਦੌਰ ਵਿੱਚ। ਜੀ ਜੀ। ਇਸ ਤੋਂ ਪਹਿਲੇ ਸਾਰੇ ਰਿਕਾਰਡ ਚੈੱਕ ਕਰੋ, ਸਾਰਿਆਂ ਦਾ ਦੁੱਧ ਜਿਹੜਾ ਨਾ ਜੀ 23-25 ਲੀਟਰ ਤੇ ਹਾਰ ਜਿੱਤ ਹੁੰਦੀ ਸੀ। 1942 ਜਿਹੜੀ ਆਲ ਇੰਡੀਆ ਕੈਟਲ ਸ਼ੋਅ ਲੱਗਿਆ ਦਿੱਲੀ ਚ, ਉਹਦਾ ਰਿਕਾਰਡ ਵੀ 26 ਲੀਟਰ ਕਿ 25 ਲੀਟਰ ਤੇ ਹਾਰ ਜਿੱਤ ਹੈ। ਨੀਲੀ ਦੀ ਮੱਝ ਜਿਹੜੀ ਨਾ ਜੀ ਉਹਨੇ ਦੁੱਧ ਦਿੱਤਾ। ਜ਼ਬਰਦਸਤ ਹੋ ਗਿਆ। ਉਸ ਵਕਤ ਮੱਝਾਂ ਜ਼ਿਆਦਾ ਖੂਬਸੂਰਤ ਹੁੰਦੀਆਂ ਸਨ, ਕਿਉਂਕਿ ਮੱਝਾਂ ਨੂੰ ਦੁੱਧ
ਕੱਟੀਆਂ ਦੁੱਧ ਪਵਾਉਂਦੇ ਸਨ ਜ਼ਿਮੀਂਦਾਰ, ਸ਼ੌਕ ਕਰਦੇ ਸਨ। ਮੱਝਾਂ ਵੱਡੀਆਂ ਹਾਈਟ ਵਾਲੀ ਬਣ ਜਾਂਦੀਆਂ ਸਨ ਤੇ 24-25 ਲੀਟਰ ਦੁੱਧ ਜਿਹੜਾ ਨਾ ਜੀ ਉਹ ਮੱਝ ਦਾ ਹੁਣ ਵੀ ਉਹ 24-25 ਲੀਟਰ ਹੈਗਾ। ਅੱਛਾ, ਇਸ ਜਗ੍ਹਾ ਸਾਰਾ ਜਿਹੜਾ ਨਾ ਜੀ ਉਹ ਹਾਰਮੋਨ ਦਾ ਤੇ ਹੱਥ ਨਾਟਕ ਦਾ ਕਮਾਲ ਹੈ, ਮੈਂ ਸਮਝਦਾ ਕਿ ਇੱਕ ਜਾਨਵਰ ਜਿਹੜਾ ਆਵਾਜ਼ ਕੱਢਦਾ ਹੈ, ਹਾਂ ਕਿਆ ਉਹ ਉਸ ਦੀ ਅੱਗੇ ਨਸਲ, ਉਸ ਦਾ ਝੋਟਾ ਜਿਹੜਾ ਅਗਰ ਕੋਈ ਬੰਦਾ ਰੱਖਦਾ ਹੈ, ਉਹ ਝੋਟੇ ਦੇ ਵਿੱਚ ਵੀ ਅੱਗੇ ਟ੍ਰਾਂਸਫਰ ਹੋਏਗਾ ਹੋਏਗਾ ਜੀ, ਜਾਂ ਇਹ ਮੱਝ ਤੱਕ ਰਹਿੰਦਾ? ਨਾ ਹੋਏਗਾ। ਅੱਛਾ, ਆਵਾਜ਼ ਜਿਹੜਾ ਨਾ ਜੀ ਆਵਾਜ਼ ਜੀ ਸਾੜੂ ਜੀ ਮੱਝ ਦਾ ਥਣ ਖਰਾਬ ਹੋਣਾ, ਅੱਛਾ ਇਹ ਨਸਲ ਦੇ ਵਿੱਚ ਸ਼ਾਮਲ ਹੈ। ਅੱਛਾ, ਜਿਹੜੀ ਮੈਂ ਲੜਾ ਮਾਰੇਗੀ, ਲੜਾ ਸਦਰਿਆ ਸੀ ਪੰਜਾਬੀ ਚ, ਲੜਾ ਆਵਾਜ਼ ਨੂੰ ਸਾੜੂ ਨੂੰ, ਅੱਛਾ ਸਾੜੂ ਮਾਰੇਗੀ ਜਿਹੜੀ ਮੈਂ ਆਵਾਜ਼ ਕੱਢੇਗੀ, ਇਹ ਬਿਲਕੁਲ ਨਸਲ ਦੇ ਵਿੱਚ ਇਹ ਕਨਵਰਟ ਹੋਏਗਾ। ਅੱਛਾ, ਮਤਲਬ ਇਹ ਕਿ ਬਰੀਡਰ ਸਿਲੈਕਟ ਕਰਨ ਤੋਂ ਪਹਿਲੇ ਉਸ ਦਾ ਵੇਖੋ ਕਿ ਉਹਦੀ ਮਾਂ ਸਾੜੂ ਨਾ ਕਰੇ ਜੀ ਮੈਂ ਆਵਾਜ਼ ਨਾ ਕੱਢੇ। ਜ਼ਬਰਦਸਤ ਹੋ ਗਿਆ। ਹਾਂ, ਇਹ ਲਾਜ਼ਮੀ ਚੈੱਕ ਕਰਨਾ ਚਾਹੀਦਾ। ਜ਼ਬਰਦਸਤ ਹੋ ਗਿਆ। ਮੈਂ 34 ਲੀਟਰ ਦੁੱਧ ਦਿੰਦੀ ਪਈ ਨਾ, ਤੇ ਤੁਸੀਂ 25 ਲੀਟਰ ਦਾ ਰੱਖ ਲਓ, ਆਵਾਜ਼ ਵਾਲੀ ਮੈਂ ਬਿਲਕੁਲ ਨਾ ਰੱਖ। ਤੇ ਆਵਾਜ਼ ਦਾ ਮੱਝ ਦਾ ਜਿਹੜਾ ਹੈ ਨਾ ਜੀ, ਉਹਦਾ ਪਤਾ ਵੀ ਇੱਥੋਂ ਲੱਗ ਜਾਂਦਾ ਹੈ ਕਿ ਜਿਹੜੀ ਮੱਝ ਦੀ ਸੂਹ ਬਿਲਕੁਲ ਛੋਟੀ ਹੋਏਗੀ ਨਾ ਜੀ ਉਹ ਮੱਝ ਆਵਾਜ਼ ਨਹੀਂ ਕੱਢੇਗੀ। ਅੱਛਾ, ਜਿਹੜੀ ਮੱਝ ਦੀ ਸੂਹ ਵੱਡੀ ਹੋਏਗੀ ਨਾ ਉਹ ਮੱਝ ਆਵਾਜ਼ ਕੱਢੇਗੀ। ਜ਼ਬਰਦਸਤ ਹੋ ਗਿਆ ਜੀ। ਅੱਛਾ ਮੀਰ ਸਾਹਿਬ, ਤੁਹਾਡਾ ਬਰੀਡਰ ਹੈ? ਜੀ ਬਿਲਕੁਲ। ਜ਼ਬਰਦਸਤ ਹੋ ਗਿਆ। ਕੀ ਇਸ ਦਾ ਹਿਸਟਰੀ ਹੈ? ਇਹਦਾ ਨਾਂ ਅਰਕ ਹੈ ਜੀ। ਅੱਛਾ, ਅਰਕ। ਜ਼ਬਰਦਸਤ ਹੋ ਗਿਆ। ਇਹ ਮਾਨਕਾ ਬਲੱਡ ਲਾਈਨ ਤੇ ਮਲ ਬਲੱਡ ਲਾਈਨ ਦਾ ਕ੍ਰਾਸ ਹੈ। ਅੱਛਾ, ਮਾਨਕਾ ਔਰ ਮਲ ਬਲੱਡ ਲਾਈਨ। ਇਹ ਮਲ ਦੀ ਕੀ ਹਿਸਟਰੀ ਹੈ ਸਰ? ਮਲ ਜਿਹੜੀ ਹੈ ਬੜੀ ਮਸ਼ਹੂਰ ਹੈ, ਮਤਲਬ ਨੀਲੀ ਦੇ ਉੱਤੇ ਤੇ ਇਹ ਮਲ ਜਿਹੜੀ ਮੈਂ ਸੁਣੀ ਹੈ ਨਾ ਜੀ, ਉਹ ਉਤਿਆਣੇ ਦੀ ਮੱਝ ਸੀ। ਫਰੂਕ ਉਤਿਆਣਾ ਜਿਹੜਾ ਸੀ ਨਾ, ਇਹਦਾ ਅਸਲ ਤਾਂ ਉਸਮਾਨ ਖਾਂ ਉਤਿਆਣਾ ਤੇ ਫਰੂਕ ਖਾਂ ਉਤਿਆਣਾ ਜੀ ਉਹਨਾਂ ਦੇ ਕੋਲੇ ਮੱਝ ਸੀ। ਅੱਛਾ, ਇਹ ਮੱਝ ਮਿੱਠੀ ਮੱਝ ਸੀ। ਅੱਛਾ, ਮੱਝ ਜਿਹੜਾ ਨਾ ਲੰਮਾ ਚਿਰ 2-2 ਸਾਲ ਮਿਲਦੀ ਰਹਿੰਦੀ ਸੀ। 2-3 ਕਟੀਆਂ ਨੂੰ ਚੁੱਕ ਜਾਂਦੀਆਂ ਆਈਆਂ। ਅੱਛਾ, ਦੁੱਧ ਜਿਹੜਾ ਸੀ ਨਾ ਇਹਦਾ 20 ਲੀਟਰ ਹੀ ਹੁੰਦਾ, ਜ਼ਿਆਦਾ ਨਹੀਂ ਹੁੰਦਾ। ਅੱਛਾ, ਮੈਂ ਮੱਲ ਵੇਖੀਏ, ਓਰੀਜਨਲ ਮੱਲ ਵੇਖੀਏ। ਹੁਣ ਤਾਂ ਮੱਲਾਂ ਨੇ ਕ੍ਰਾਸ ਬਣਾ ਕੇ ਨਾ ਵਿੱਚ ਦੇ ਕੇ ਹੋਰ ਕਰਤੇ ਤੇ ਉਹ ਮੱਲ ਬਣੀਆਂ ਹੋਈਆਂ ਜੀ। ਇਸ ਲਈ ਖਾਡੀ ਛੋਟੀ ਹੁੰਦੀ ਹੈ, ਬਿਲਕੁਲ ਸਹੀ ਤਰ੍ਹਾਂ। ਅੱਛਾ, ਮੱਥੇ ਤੇ ਵਾਲ ਹੁੰਦੇ ਆ। ਸਿੰਘਾਂ ਦੀ ਬਣਾਵਟ ਸੋਹਣੀ ਨਹੀਂ ਹੁੰਦੀ, ਥੋੜੇ ਜਿਹੇ ਖੁੱਲੇ ਸਿੰਘ ਹੁੰਦੇ ਸਨ। ਅੱਛਾ, ਅੱਗੂ ਮਈ ਨੀਵੀਂ ਹੁੰਦੀ ਹੈ, ਮਗਰੂ ਮਈ ਉੱਚੀ ਹੁੰਦੀ ਹੈ, ਕੱਡੀ ਦੀ ਮਈ ਹੁੰਦੀਆਂ ਆਈਆਂ। ਅੱਛਾ, ਤੇ ਥਣ ਛੋਟੇ ਹੋਣੇ। ਤੇ ਇਹਨਾਂ ਦੀ ਖਾਸੀਅਤ ਉਸ ਵਕਤ 'ਚ ਨਾ ਜੀ, ਟੀਕੇ ਤਾਂ ਹੁੰਦੇ ਕੋਣੀ ਹੈ। ਜਿਹੜੀ ਮੱਝ ਮਿੱਠੀ ਕੱਟੀ ਮਰ ਗਈ ਮਿੱਟੀ ਖਾ ਕੇ, ਉਸ ਲਈ ਵੀ ਕੋਣੀ ਆ ਕੇ ਤੁਸੀਂ ਨਿਲਜ਼ਾਨ ਦੇ ਲਓ ਜਾਂ ਕੋਈ ਹੋਰ ਦੇ ਲਓ ਜੀ, ਦਵਾਈ ਦੇ ਲਓ। ਉਸ ਮੱਝ ਉਸ ਨੂੰ ਚੰਗਾ ਸਮਝਿਆ ਜਾਂਦਾ ਸੀ ਕਿ ਜਿਹੜੀ ਮੱਝ ਮਿੱਠੀ ਹੋਵੇ, ਕਿਸੇ ਵੀ ਕੱਟੀ ਤੇ ਮਿਲ ਪਵੇ। ਅੱਛਾ, ਜ਼ਬਰਦਸਤ। ਉਹ ਮੱਝ ਹੈ। ਅੱਛਾ, ਮਲ ਵੇਖ ਲਓ ਕਿ ਜਿਹੜੀ ਮੇਰੀ ਮੱਝ ਹੈ ਨਾ, ਕੈਲੀ ਖੜੀ ਮੱਲ ਹੈ। ਅੱਛਾ, ਇਹਦਾ ਕੱਟਾ ਮੇਰਾ ਦੋਸਤ ਲੈ ਗਿਆ। ਅੱਛਾ, ਉਹ ਛੋਟਾ ਹੁੰਦਾ 1.5 ਮਹੀਨੇ ਦਾ ਹੈਗਾ ਸੀ, ਉਹਨੇ ਮਿਲ ਜਾਣਾ ਵਾਪਸ। ਉਹ ਲੈ ਗਏ, ਮੁਲਤਾਨ ਦੇ ਸਨ। ਅੱਛਾ, ਹੁਣ ਇਹ ਮੱਝ ਇੱਕ ਹੋਰ ਕੱਟੇ ਤੇ ਮਿਲਦੀ ਪਈ ਹੈ। ਲਿਆਓ ਖਦਰ, ਇਹ ਹੈ ਵੀ ਪਹਿਲਣ ਹੈ। ਪਹਿਲਾਂ ਦਾ ਕਹਿੰਦਾ ਬੱਚਾ ਮਰ ਜਾਵੇ ਤੇ ਉਹ ਹੋਰ ਕੱਟੇ ਤੇ ਮਿਲਦੀ ਪਈ। ਉਹ ਆਪਣਾ ਬੱਚਾ ਵੀ ਨਹੀਂ ਲੈਂਦੀ। ਨਹੀਂ, ਇਹ ਹੋਰ ਇਹ ਮੱਲ ਹੈ, ਇਹਦੀ ਇਹ ਖਾਸੀਅਤ ਹੈ। ਹੁਣ ਇੱਕ ਹੋਰ ਕੱਟੇ ਤੇ ਮਿਲ ਰਹੀ ਹੈ। ਇਹ ਦੋਸਤ ਨੂੰ ਜ਼ਰਾ ਸ਼ੌਕ ਕਰਵਾਉਂਦੇ ਆ। ਅੱਛਾ, ਇਹ ਸਰ ਮੱਲਾਂ ਵਿੱਚੋਂ ਹੈ? ਹਾਂ, ਇਹ ਮੱਲਾਂ ਚੋਂ ਹੈ। ਜ਼ਬਰਦਸਤ ਹੋ ਗਿਆ। ਇਹ ਫਸਟ ਟਾਈਮ ਉਠਾ ਲੈਣ, ਇਹ ਫਸਟ ਟਾਈਮਰ ਹੈ ਜੀ। ਅੱਛਾ, ਮਾਸ਼ਾਅੱਲਾ, ਕਾਨੀ ਫੜ ਲੈ। ਜ਼ਬਰਦਸਤ। ਇਹ ਕਿਤਨੇ ਦਿਨਾਂ ਦੀ ਸੋਈ ਸਰ? ਇਹਨੂੰ ਹੁਣ ਤਾਂ 7 ਮਹੀਨੇ ਹੋ ਗਏ ਨੇ। ਅੱਛਾ, ਆਰਡਰ ਤੇ ਬੜਾ ਜ਼ਬਰਦਸਤ ਹੈ। ਥਾਨ ਵੀ ਬੜੇ ਸੋਹਣੇ। ਹਾਂ, ਥਾਨ ਵੀ ਸੋਹਣੇ ਨੇ, ਵਿਰਲਾ ਬੁਰਲਾ ਸੋਹਣੀਆਂ ਨੇ, ਚੰਗੀਆਂ। ਚੱਲ ਆਓ ਜ਼ਰਾ ਇਸ ਦਾ ਸ਼ੌਕ ਕਰਵਾਓ। ਇਸ ਦਾ ਸਰ ਕੀ ਨਾਮ ਹੈ ਇਸ ਦਾ? ਇਹ ਸਾਡੀ ਮੈਂ ਹੈ ਜੀ ਲਾਡੀ। ਅੱਛਾ, ਲਾਡੀ। ਹਾਂਜੀ। ਇਹ ਕਿਹੜੀ ਨਸਲ ਹੈ ਸਰ? ਇਹ ਲਾਡੀਆਂ ਮਈਆਂ ਜੀ, ਲਾਡੀਆਂ ਮੇਰੀਆਂ ਆਦੀਆਂ, ਮੇਰੇ ਦਾਦੇ ਦੀਆਂ। ਅੱਛਾ, ਇਹ ਲਾਡੀਆਂ ਮਈਆਂ, ਇਹ ਨੁਕਰੀਆਂ ਤੇ ਲਾਡੀਆਂ। ਅੱਛਾ, ਇਹ ਕੀ ਇਹਨਾਂ ਦੀ ਸਰ ਕੀ ਖਾਸੀਅਤ ਹੈ? ਮਤਲਬ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਸਿੰਘਾਂ ਦੇ ਸੋਹਣੀਆਂ ਨੇ, ਅੱਖਾਂ ਸਫੈਦ ਹੁੰਦੀਆਂ ਨੇ, ਪਿੱਛੂ ਮਈ ਦੇ ਜਿਹੜਾ ਨਾ ਜੀ ਸਟਰਕਚਰ ਬੜਾ ਖੂਬਸੂਰਤ ਹੁੰਦਾ ਹੈ। ਅੱਛਾ, ਇੱਥੇ ਢਾਕਾਂ ਦੇ ਨਾਲ ਤੁਸੀਂ ਭਾਵੇਂ ਕਮੰਡਲ ਟੰਗ ਲਓ। ਅੱਛਾ, ਲੋਕ ਆਉਂਦੇ ਨੇ ਨਾ ਕਮੰਡਲ ਟੰਗ ਲਓ। ਅੱਛਾ, ਇੱਥੇ ਕਮੰਡਲ ਟੰਗ ਲਓ ਬਾਲਟੀ ਤੁਸੀਂ। ਹਾਂਜੀ। ਤੇ ਇਹ ਖੁੱਡਾ ਪੁੱਠਾ ਮੈਂ ਦਾ, ਸੂ ਮੈਂ ਦੀ, ਖੂਬਸੂਰਤੀ ਮੈਂ ਦੀ, ਮਿੱਠੇ ਸੁਭਾਅ ਦੀਆਂ ਮਈ, ਲੰਬਾਈ ਚੰਗੀ, ਭਾਵੇਂ ਤੁਸੀਂ ਇਹਨਾਂ ਨੂੰ ਕਿਵੇਂ ਜਿਹੜਾ ਮਰਜ਼ੀ ਲੱਗੇ ਇਹਨਾਂ ਦੇ ਜਿਹੜਾ ਨਾ ਜ਼ਬਰਦਸਤ ਹੋ ਗਿਆ। ਤੇ ਦੁੱਧ ਕਿਵੇਂ ਸਰ? ਦੁੱਧ 16-17 ਲੀਟਰ। ਜ਼ਬਰਦਸਤ ਹੋ ਗਿਆ। ਅੱਛਾ, ਹੋਰ ਕਿਸ ਦਾ ਸ਼ੌਕ ਕਰਵਾਓ ਜੀ? ਇਸ ਤੇ ਆਓ। ਇਹ ਮੈਂ ਜੀ ਸਾਡੀ ਪਹਿਲਾਂ ਹੈ ਜੀ ਸੂਈ। ਅੱਛਾ, ਇਹ ਮੈਂ ਰਾਂਝੀਆਂ ਚੋਂ ਹੈ, ਇਹਦੀ ਮਾਂ ਹੈ ਖੜੀ। ਅੱਛਾ, ਜੋਗੀ ਬਲੱਡ ਲਾਈਨ ਚੋਂ ਹੈ। ਅੱਛਾ, ਕਿਹੜੀ ਲਾਈਨ ਸਰ? ਜੋਗੀ ਜੋਟੇ ਦੀ ਬਲੱਡ ਲਾਈਨ। ਜੋਗੀ ਦੀ। ਇਹਦਾ ਜਿਹੜਾ ਥਣਾ ਦੀ ਬਣਾਵਟ ਬਹੁਤ ਖੂਬਸੂਰਤ ਹੈ ਜੀ। ਇਹਦੇ ਚੱਡੇ ਦੀ ਅਟੈਚਮੈਂਟ ਜਿਹੜੀ ਨਾ ਜੀ, ਉਹ ਬਹੁਤ ਮੈਨੂੰ ਪਸੰਦ ਹੈ। ਅੱਛਾ, ਇਹ ਕਦੇ ਵੀ ਜ਼ਿੰਦਗੀ 'ਚ ਇਹਨੇ ਚੱਡਾ ਨਹੀਂ ਤੋੜਨਾ। ਅੱਛਾ, ਇਹਨੇ ਥਣ ਨਹੀਂ ਵਧਾਵਣਾ।
ਠੀਕ ਹੈ ਨਾ ਜੀ। ਇਹਨੇ ਥਣ ਦਾ ਜਿਹੜਾ ਸਾਈਜ਼ ਹੈ ਨਾ ਉਹਨੇ ਕਦੇ ਵੀ ਨਹੀਂ ਬਦਾਮਣਾ। ਜ਼ਬਰਦਸਤ ਹੋ ਗਿਆ। ਇਹਦੀ ਵਿਰਲ ਵੇਖੋ ਨਾ, ਜੀ। ਬਹੁਤ ਖੂਬਸੂਰਤ ਵਿਰਲ ਹੈ। ਚੱਡੀ ਦਾ ਅਟੈਚਮੈਂਟ ਬਹੁਤ ਜ਼ਿਆਦਾ ਹੈ। ਇਹ ਪਹਿਲਾਂ ਸੂਈ ਹੈ। ਅੱਛਾ ਇਹ ਜਿਹੜੀ ਜਾ ਰਹੀ ਇਹ ਜੀ ਖੀਰਾਂ ਚੋਂ ਹੈ। ਅੱਛਾ ਖੀਰਾਂ ਵਿੱਚੋਂ। ਹਾਂ ਇਹ ਖੀਰ ਮਈਆਂ ਚੋਂ ਹੈ ਜੀ। ਅੱਛਾ ਇਹ ਮੈਂ ਸੂਈ ਨੂੰ ਵੀ 8 ਕੁ ਮਹੀਨੇ ਹੋ ਗਏ। ਅੱਛਾ ਹੇਠ ਕੱਟਾ ਸੂ। ਬੜੀ ਸੋਹਣੀ ਮੱਝ ਹੈ ਬਹੁਤ ਮਾਸ਼ਾਅੱਲਾ। ਖੂਬਸੂਰਤ ਮੱਝ ਹੈ ਜੀ। ਜੀ। ਅੱਛਾ ਇਹ ਖੀਰਾਂ ਵੀ ਤੁਹਾਡੀ ਪੁਰਾਣੀ ਬਲੱਡ ਲਾਈਨ ਹੈ? ਇਹ ਪੁਰਾਣੀ ਬਲੱਡ ਲਾਈਨ ਹੈ। ਅੱਛਾ ਜ਼ਬਰਦਸਤ ਹੋ ਗਿਆ। ਜੀ ਤੇ ਦੁੱਧ ਸ਼ੁੱਧ ਇਹ ਦੁੱਧ ਵਾਲੀ ਮੈਂ ਖੀਰ ਨਾ, ਮੈਂ ਤਾਂ ਹੀ ਹੈ ਕਿ ਦੁੱਧ ਦੀ ਨਹਿਰ ਹੈ, ਤਾਂ ਹੀ ਤਾਂ ਨਾ ਖੀਰ ਰੱਖਿਆ ਹੈ। ਅੱਛਾ ਜ਼ਬਰਦਸਤ। ਇਹ ਮੈਂ ਜਿਹੜੀ ਨਾ ਬਰੀਕ ਬੜੀ ਹੈ ਸਿੱਧਾ ਨਾ ਜੀ। ਅੱਛਾ ਇਹ ਮੈਂ ਵੇਖੋ ਨਾ। ਜੀ। ਇਹ ਵੇਖੋ ਜ਼ਬਰਦਸਤ ਹੋ ਗਿਆ। ਹੱਡੀ ਦੀ ਬਣਾਵਟ ਮੈਂ ਦੀ। ਦਰਮਿਆਨਾ ਕੱਦ ਹੈ ਮੈਂ ਦਾ, ਬਹੁਤ ਵੱਡਾ ਕੱਦ ਨਹੀਂ ਤੇ ਬਹੁਤ ਛੋਟਾ ਕੱਦ ਨਹੀਂ। ਜ਼ਬਰਦਸਤ ਹੋ ਗਿਆ। ਹਾਂ ਦਰਮਿਆਨਾ ਕੱਦ। ਹਾਂ ਦਰਮਿਆਨਾ ਕੱਦ ਮੈਂ। ਲੰਬਾਈ ਮੈਂ ਦੀ ਚੰਗੀ ਮਾਸ਼ਾਅੱਲਾ। ਜੀ। ਸ਼ਮੀਰ ਸਾਹਿਬ ਇਹ ਮੈਂ ਜੀ ਇਹ ਵੀ ਲਾੜੀਆਂ ਚ ਹੈ। ਅੱਛਾ ਜੀ ਹਾਂ। ਇਹ ਲਾੜੀਆਂ ਵਿੱਚ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਲਾੜੀਆਂ ਚ ਹੈ ਨਾ 5-6 ਜਾਨਵਰ ਮੇਰੇ। ਅੱਛਾ ਇਹ ਲਾੜੀਆਂ ਦਾ ਕੱਦ ਤਾਂ ਮਾਸ਼ਾਅੱਲਾ ਬੜਾ ਵੱਡਾ, ਕੱਦ ਵੀ ਵੱਡਾ ਤੇ ਲੰਬਾਈਆਂ ਵੀ ਚੰਗੀਆਂ। ਲੰਬਾਈਆਂ ਵੀ ਚੰਗੀਆਂ। ਇਹ ਵੱਡੇ ਕੱਦ ਦੀਆਂ ਮਈਆਂ ਨੇ। ਅੱਛਾ ਜੀ ਹਾਂ। ਜੇ ਨੀਲੀ ਦੇ ਵਿੱਚ ਮੁxtਲਿਫ ਲਾਈਨਾਂ ਨੇ, ਕੁਝ ਦਰਮਿਆਨੀਆਂ, ਕੁਝ ਵੱਡੀਆਂ, ਕੁਝ ਛੋਟੀਆਂ ਚ ਵੱਡੀਆਂ ਪੈਦਾ ਹੋ ਜਾਂਦੀਆਂ ਨੇ ਅੱਛਾ ਤੇ ਵੱਡੀਆਂ ਛੋਟੀਆਂ ਪੈਦਾ ਹੋ ਜਾਂਦੀਆਂ। ਇਹਦੇ ਚ ਨੀਲੀ ਚ ਹੈ ਨਸਲ। ਅੱਛਾ हाँ जी। अब मैं नुकरी लै ये मैं जी 22 ਤੋਂ 23 ਸੂਏ ਸੂਈ ਖੋਤੀ है मेरे को मझ इनका मैं ब्रीडर रखदा रही इनकी जगह ਵਿੱਚ ਛੋਟੀਆਂ ਜਾਟੀਆਂ ਫਿਰਦੀਆਂ ਨੇ। ਮੇਰੀ ਅੱਜ ਤਾਈਂ ਔਨ ਦਾ ਰਿਕਾਰਡ ਮੈਂ ਇਹ ਗੱਲ ਹਲਫਨ ਆਖਦਾ ਪਿਆ ਕਿ ਮੇਰੀ ਕਿਸੇ ਮੈਂ ਨੇ ਆਵਾਜ਼ ਨਹੀਂ ਕੱਢਾ। ਅੱਛਾ ਮੇਰੀ ਕਿਸੇ ਮੈਂ ਨੇ ਥਣ ਨਹੀਂ ਮਾਰਿਆ। ਮਾਸ਼ਾਅੱਲਾ। ਕਿਸੇ ਮੈਂ ਨੇ ਜਿਹੜਾ ਨਾ ਜੀ ਸਾੜੂ ਨਹੀਂ ਮਾਰਿਆ। ਤੇ ਮੈਂ ਮਈਆਂ ਨੂੰ ਸਵਾਏ ਆ ਸਿਰ ਦੋ ਸਿਰ ਕੌੜੇ ਤੇਲ ਤੋਂ ਇਲਾਵਾ ਮੈਂ ਹੋਰ ਕੋਈ ਚੀਜ਼ ਨਹੀਂ ਪਾਉਂਦਾ। ਕੋਈ ਮਸਾਲੇ ਨਹੀਂ ਪਾਉਂਦਾ, ਕੋਈ ਹੋਰ ਨਹੀਂ ਕਰਦਾ, ਕੋਈ ਹੋਰ ਨਹੀਂ ਕਰਦਾ। ਸਿਰਫ ਔਰ ਸਿਰਫ ਜਿਹੜਾ ਨਾ ਜੀ ਨਸਲ ਦੇ ਸਿਰ ਤੇ ਮਈਆਂ ਚਲੀਆਂ ਆਉਂਦੀਆਂ ਨੇ। ਆ 22 ਤੋਂ 23 ਸੂਏ ਮੈਂ ਸੂਈ ਖੋਤੀ ਹੈ। ਇਹ ਅਜੇ ਤੱਕ ਥਣਾ ਤੇ ਕਾਇਮ ਖੜੀ ਹੈ। ਅੱਛਾ ਜ਼ਬਰਦਸਤ। ਅਜੇ ਤੱਕ ਥਣਾ ਤੇ ਕਾਇਮ ਖੜੀ ਹੈ। ਅੱਛਾ ਇਹ ਸਾਰਾ ਕ੍ਰੈਡਿਟ ਤੁਸੀਂ ਬਰੀਡਰ ਨੂੰ ਦਿੰਦੇ ਹੋ? ਬਰੀਡਰ ਦਿੰਦਾ, ਨਸਲ ਨੂੰ ਦਿੰਦਾ ਪਿਆ। ਮੇਰੇ ਕੋਲ ਤੁਸੀਂ ਪੁਰਾਣੇ ਕੱਢ ਕੇ ਵੇਖ ਲਓ ਜੀ ਤਸਵੀਰਾਂ, ਮੂਵੀਆਂ ਸਾਰੀਆਂ। ਮੇਰੇ ਕੋਲ ਜਿਹੜੀਆਂ ਮਈਆਂ ਖੜੀਆਂ ਨੇ ਉਹ ਖਲੋਤੀਆਂ ਨੇ ਮਈਆਂ ਵਿੱਚ ਨਾ ਮੈਂ ਹੋਰ ਲਈਆਂ ਨੇ ਨਾ ਲੱਗਦੇ ਬਸ ਮੈਂ ਵੇਚਦਾ। ਜੀ ਜਿਹੜੀ ਮੈਨੂੰ ਪਸੰਦ ਆ ਜਾਂਦੀ ਹੈ, ਸ਼ੌਕ ਹੈ ਮੈਨੂੰ ਦਿਲੀ। ਜੀ ਮੈਨੂੰ ਕੋਈ ਕਰੋੜ ਵੀ ਦੇਵੇ ਤਾਂ ਮੈਂ ਨਹੀਂ ਦਿੰਦਾ। ਜ਼ਬਰਦਸਤ। ਤੁਸੀਂ ਇਹ ਹੁਣ YouTube ਤੋਂ ਹੁਣ ਬਣਿਆ ਜੀ ਇਹ ਤੁਸੀਂ ਸ਼ੁਰੂ ਤੋਂ ਕੱਢ ਵੇਖ ਲਓ। ਜਿੰਨੀਆਂ ਮਈਆਂ ਮੈਂ ਤੁਹਾਨੂੰ ਅੱਜ ਵਿਖਾਈਆਂ ਨੇ ਸਾਰੀਆਂ ਹੁਣ ਵੀ ਉਹਨੇ ਤੇ ਅੱਗੇ ਵੀ ਉਹਨੇ। ਮੈਨੂੰ ਕੋਈ ਵੇਚਣ ਦਾ ਨਾ ਸ਼ੌਕ ਹੈ ਨਾ ਮੈਂ ਕਦੇ ਕਮਰਸ਼ੀਅਲ ਕੰਮ ਕੀਤਾ। ਜੀ ਮੈਂ ਆਦੇ ਸ਼ੌਕ ਨੂੰ ਕੰਮ ਕਰਦਾ ਪਿਆ। ਇਹ ਹੈ ਕਿ ਸਾਡਾ ਨਾ ਜੀ ਮੈਨੂੰ ਦਿਲੀ ਨਾ ਦੇਣਾ ਸ਼ੌਕ ਹੈ। ਜ਼ਬਰਦਸਤ ਜ਼ਬਰਦਸਤ। ਹਾਂ।